ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 44ਵਾਂ ਪੌੜੀ। ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛਤਾਵਣਾ। ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ। ਇਹ ਸਰੀਰ ਛੱਡਣਾ ਪੈਣਾ ਆਪਾਂ ਨੂੰ ਭਾਈ। ਇਹ ਸੰਸਾਰ ਜੀ ਆਪਾਂ ਗੁਰਮਤਿ ਅਨੁਸਾਰ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਇਹ ਗਿਆਨੀਆਂ ਦਾ ਮਾਰਗ ਹੈ। ਗਿਆਨ ਹੋ ਜਾਊਗਾ, ਆਪਾਂ ਨੂੰ ਗਿਆਨ ਲੈ ਲਾਂਗੇ, ਫਿਰ ਆਪਾਂ ਇਸ ਸਰੀਰ 'ਚ ਰਹਿੰਦੇ ਰਹਿੰਦੇ ਆਪਦੇ ਘਰ ਪਹੁੰਚ ਜਾਵਾਂਗੇ। ਨਹੀਂ ਤਾਂ ਫਿਰ ਬਿਰਧ ਪਿਓ ਸੋਝੇ ਨਹੀਂ, ਕਾਲ ਪਹੁੰਚੂ ਆਣ ਆ ਰਿਹਾ ਸਮਾਂ ਭਾਈ। ਕਦੋਂ ਆ ਜਾਣਾ ਕਿਸੇ ਨੂੰ ਨਹੀਂ ਪਤਾ। ਝੂਠ ਜਿੰਨਾ ਕੋ ਮਰਜ਼ੀ ਬੋਲੀ ਜਾਵੇ, ਇਹ ਸਾਨੂੰ ਸਰੀਰ ਛੱਡਣਾ ਪੈਂਦਾ। ਪਿੱਛੇ ਤਾਂ ਬਹੁਤ ਵਿਧੀਆਂ ਵੀ ਇਹ ਸਰੀਰ ਬੁੜਾ ਨਾ ਹੋਵੇ, ਇਹ ਜਵਾਨ ਰਹੇ, ਬੜੀਆਂ ਵਿਧੀਆਂ ਬਣੀਆਂ, ਪਰ ਨਹੀਂ, ਇਹਨੂੰ ਜਰਾ ਰੋਗ ਹੈ। ਜੇ ਜਰਵਾਣਾ ਪਰ ਹਰੇ ਜਰ ਬੇਸ ਕਰਿੰਦੀ ਆਈਏ, ਸਤਿਗੁਰ ਸਮਝਾਉਂਦੇ ਨੇ। ਪਿੱਛੇ ਆਪਾਂ ਵਿਚਾਰ ਕੀਤੀ ਸੀ, ਜੇ ਕੋਈ ਨਹੀਂ ਮੰਨਦਾ ਫਿਰ ਲੱਗ ਜੂ ਸਮਾਂ, ਆਉਣ ਸਾਰ ਪਤਾ ਲੱਗ ਜੂਗਾ ਉਹਨੂੰ। ਜਰਾ ਰੋਗ ਹੈ ਇਹਨੂੰ, ਬਚਪਨ ਜਵਾਨੀ ਬੁਢਾਪਾ ਇਹ ਛੱਡਣਾ ਹੀ ਪੈਂਦਾ ਵਾ। ਮ੍ਰਿਤ ਲੋਕ ਆਏ ਅਸੀਂ, ਮ੍ਰਿਤ ਲੋਕ ਸਾਰੇ ਸੁੱਖ ਭਾਲਦੇ ਹਾਂ। ਇਹ ਦੁੱਖ ਸਾਗਰ ਹੈ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਕੇ ਜਾਂਦੀ ਹੈ। ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਰੋਜ਼ ਪੜ੍ਹਦੇ ਹਾਂ ਅਸੀਂ ਜਪਜੀ ਸਾਹਿਬ, ਪਰ ਵਿਚਾਰਦੇ ਨਹੀਂ ਹੈਗੇ। ਬਿਨ ਗੁਣ ਕੀਤੇ ਭਗਤ ਨਾ ਹੋਈ, ਇਹ ਵੀ ਰੋਜ਼ ਪੜ੍ਹਦੇ ਹਾਂ, ਪਰ ਵਿਚਾਰਦੇ ਨਹੀਂ ਹੈ। ਵੀ ਭਗਤ ਆਪਦੇ ਆਪ ਨੂੰ ਮੰਨ ਲੈਂਦੇ ਹਾਂ। ਜਿਹੜੀ ਗੁਰੂ ਘਰਾਂ ਸੇਵਾ ਕਰਦੇ ਹਾਂ ਜਾ ਕੇ, ਅਸੀਂ ਉਹਨੂੰ ਸੇਵਾ ਸਮਝ ਲੈਂਦੇ ਹਾਂ। ਇਵੇਂ ਚੱਲਦਾ ਆਇਆ, ਚੱਲਦਾ ਹੀ ਰਹੂਗਾ। ਪਰ ਇਹ ਆਪਾਂ ਨੂੰ ਛੱਡਣਾ ਪੈਣਾ। ਕੱਪੜ ਰੂਪ ਛੜ ਦੁਨੀਆ ਅੰਦਰ ਜਾਵਣਾ। ਇਹ ਮ੍ਰਿਤ ਲੋਕ ਹੈ, ਜਾਣਾ ਪਊਗਾ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੀ, ਕਿਸੇ ਦਾ ਵੀ ਜੀਅ ਨਹੀਂ ਕਰਦਾ ਜਾਣ ਨੂੰ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ। ਇੱਥੇ ਬੜੇ ਦੁੱਖ ਸੁੱਖ ਸਾਨੂੰ ਸੰਸਾਰ 'ਚ ਆਉਂਦੇ ਆ ਇਹ ਲੋਕ ਦੇ ਵਿੱਚ, ਕਿਉਂਕਿ ਦੁੱਖ ਸਾਗਰ ਹੈ ਇਹ। ਜਿਹੜੇ ਸਾਹਿਬ ਦੀ ਚਾਕਰੀ ਕਰਦੇ ਨੇ, ਸਾਹਿਬ ਦੀ ਚਾਕਰੀ ਕੀ ਹੈ? ਭਾਣੇ 'ਚ ਰਹਿਣਾ, ਸਾਹਿਬ ਦਾ ਜਸ ਕਰਨਾ, ਗੁਰਸ਼ਬਦ ਦੀ ਵਿਚਾਰ ਨਾਲ ਜੁੜੇ ਰਹਿਣਾ, ਮਨ ਨੂੰ ਭਾਣੇ ਵਿੱਚ ਬੰਨ੍ਹ ਕੇ ਰੱਖਣਾ। ਸੁਖਮਨੀ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਪ੍ਰਭ ਕੇ ਸਿਮਰਨ ਜਪ ਤਪ ਪੂਜਾ। ਜਿਹੜੇ ਗੁਰਸ਼ਬਦ ਦੀ ਵਿਚਾਰ 'ਚ ਲੱਗੇ ਰਹਿੰਦੇ ਨੇ, ਸਿਮਰਨ ਤੋਂ ਭਾਵ ਨੂੰ ਸੋਝੀ ਹੋ ਜਾਂਦੀ ਹੈ, ਫਿਰ ਉਹਦਾ ਜਪ ਪੂਰਾ ਹੋ ਜਾਂਦਾ। ਜਪ ਤੋਂ ਭਾਵ ਹੁੰਦਾ ਸਮਝਣਾ। ਫਿਰ ਜਿਹਨਾਂ ਨੇ ਸਮਝ ਲਿਆ ਉਹਨਾਂ ਦਾ ਤਪ ਸ਼ੁਰੂ ਹੋ ਗਿਆ। ਹੋਈ ਬਾਬਾ ਫਰੀਦ ਜੀ ਸਮਝਾ ਰਿਹਾ, ਫਰੀਦਾ ਸਾਹਿਬ ਦੀ ਕਰ ਚਾਕਰੀ, ਫੇਰ ਹੀ ਚਾਕਰੀ ਸ਼ੁਰੂ ਹੋਊਗੀ। ਜੋ ਸਾਹਿਬ ਨੂੰ ਜਾਣ ਲਾਂਗੇ ਆਪਾਂ, ਦਿਲ ਦੀ ਲਾਹੇ ਭਰਾਂ, ਜਿਹੜੀ ਭਰਮ ਹੈ ਸਾਡੇ ਅੰਦਰ, ਫਿਰ ਉਹ ਗਿਆਨ ਨਾ ਜਾਂਦਾ ਵਾ। ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜਰਾਨ। ਬਹੁਤ ਕੁਛ ਇੱਥੇ ਸਾਡੇ ਨਾਲ ਸੰਸਾਰ ਦੇ ਵਿੱਚ ਬੀਤਦਾ ਵਾ। ਦੁੱਖਾਂ ਦੇ ਪਹਾੜ ਟੁੱਟ ਪੈਂਦੇ ਨੇ, ਸਾਨੂੰ ਪਤਾ ਹੀ ਨਹੀਂ ਲੱਗਦਾ ਆਉਣ ਵਾਲੇ ਸਮੇਂ ਦਾ। ਸਤਿਗੁਰ ਸਮਝਾਉਂਦੇ ਨੇ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਜਿਹੜੇ ਸਾਹਿਬ ਤੋਂ ਦੂਰ ਰਹਿੰਦੇ ਨੇ, ਉਹਨਾਂ ਦੇ ਅੰਦਰ ਇਹ ਝੂਠ ਦਾ ਵਰਤਾਰਾ ਚੱਲਦਾ ਰਹਿੰਦਾ। ਜਿਹੜੇ ਸਾਹਿਬ ਦੇ ਨੇੜੇ ਹੋ ਜਾਂਦੇ ਆ, ਉਹਨਾਂ ਦਾ ਜਿਹੜਾ ਹੈਗਾ ਇਹ ਝੂਠ ਦਾ ਵਰਤਾਰਾ ਖਤਮ ਹੋ ਜਾਂਦਾ। ਪਿੱਛੇ ਆਪਾਂ ਵਿਚਾਰਿਆ ਸੀ, ਲਵ ਪਾਪ ਜੋ ਕੁਛ ਦਿੱਤਾ ਹੈ ਸਾਨੂੰ, ਜਦੋਂ ਉਹ 'ਤੇ ਅਸੀਂ ਸੰਤੋਖ ਨਹੀਂ ਕਰਦੇ, ਉਹਦਾ ਭਰੋਸਾ ਨਹੀਂ ਕਰਦੇ, ਹੋਰ ਦੌੜ 'ਚ ਲੱਗ ਜਾਂਦੇ ਹਾਂ। ਉਹਨੂੰ ਲਵ ਕਹਿੰਦੀ ਹੈ ਬਾਣੀ। ਜਦੋਂ ਸਾਡੇ ਅੰਦਰ ਉਹ ਚੱਲ ਪੈਂਦਾ ਨਾ, ਲਵ ਪਾਪ, ਫਿਰ ਸਾਡੇ ਅੰਦਰ ਪਾਪ ਸ਼ੁਰੂ ਹੋ ਜਾਂਦਾ ਹੈ। ਉਹ ਪਾਪ ਕਿਵੇਂ ਜਾਊਗਾ? ਉਹੀ ਬਾਬਾ ਫਰੀਦ ਜੀ ਸਮਝਾਉਂਦੇ ਨੇ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂ, ਫਿਰ ਸਾਡਾ ਭਰਮ ਜਾਂਦਾ ਹੈ। ਜਦੋਂ ਅਸੀਂ ਬਾਣੀ ਨੂੰ ਵਿਚਾਰਦੇ ਹਾਂ, ਭਾਣੇ 'ਚ ਰਹਿੰਦੇ ਹਾਂ, ਫਿਰ ਸਾਡੀ ਉਹ ਅਵਸਥਾ ਬਣ ਜਾਂਦੀ ਹੈ। ਅਸੀਂ ਦੁੱਖ ਸੁੱਖ ਨੂੰ ਫਿਰ ਬਰਾਬਰ ਕਰਕੇ ਮੰਨ ਲੈਂਦੇ ਹਾਂ, ਸਾਡੀ ਉਹ ਅਵਸਥਾ ਬਣ ਜਾਂਦੀ ਹੈ। ਬਾਣੀ ਅਵਸਥਾ ਬਾਰੇ ਸਮਝਾ ਰਹੀ ਹੈ। 9ਵੇਂ ਪਾਤਸ਼ਾਹ ਦੇ ਬਹੁਤ ਸਲੋਕ ਨੇ ਆਪਣੇ ਕੋਲ। ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ, ਨਿਹਾਰਾ ਤਿੰਨ ਜਗ ਤੱਤ ਪਸਾਨਾ। ਉਹ ਤੱਤ ਗਿਆਨ ਨੂੰ ਸਮਝਦੇ ਨੇ ਵੀ ਆਤਮਾ ਦੀ ਖੁਰਾਕ ਕੀ ਹੈ, ਆਤਮਾ ਦੀ ਗਤੀ ਕਿਵੇਂ ਹੋਣੀ ਹੈ, ਕਿਉਂਕਿ ਉਹ ਸਾਹਿਬ ਦੀ ਚਾਕਰੀ ਕਰਦੇ ਨੇ।
ਅਸੀਂ ਕਿਹਦੀ ਚਾਕਰੀ ਕਰਦੇ ਹਾਂ? ਮਾਇਆ ਦੀ। ਮਾਇਆ ਕਿਹਨੇ ਬਣਾਈ ਆ ਭਾਈ? ਚੇਰੀ ਕੀ ਸੇਵਾ ਕਰੇ ਠਾਕਰ ਨਹੀਂ ਦਿਸੇ। ਠਾਕਰ ਦਿੰਦਾ ਨਹੀਂ ਸਾਨੂੰ। ਉਹੀ ਤਾਂ ਸੱਚ ਹੈ। ਉਹਦਾ ਦਰਸ਼ਨ ਕਰਨ ਤਾਂ ਆਪਾਂ ਆਏ ਹਾਂ। ਮਾਇਆ ਦੂਰੋਂ ਚੱਲ ਕੇ ਤੱਕੀ ਤੋਂ ਸ਼ਰਨ ਆਏ ਜੀਓ। ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਵਾਏ ਜੀ। ਆਓ ਸਾਰੇ ਇਹਨੂੰ ਸਮਝੀਏ, ਵਿਚਾਰੀਏ। ਜੇ ਦੁੱਖਾਂ ਦਾ ਛੁਟਕਾਰਾ ਪਾਉਣਾ, ਦੁੱਖ ਸਾਗਰ 'ਚੋਂ ਨਿਕਲ ਕੇ ਸੁੱਖ ਸਾਗਰ ਜਾਣਾ, ਤਾਂ ਫਿਰ ਆਪਾਂ ਨੂੰ ਗੁਰ ਸ਼ਬਦ ਦੀ ਕਮਾਈ ਕਰਨੀ ਪਊਗੀ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਇੱਥੇ ਸਤਿਗੁਰ ਸਮਝਾਉਂਦੇ ਨੇ, ਕੱਪੜ ਰੂਪ ਸੁਹਾਵਣਾ ਸਾਡੀ ਦੁਨੀਆ ਅੰਦਰ ਜਾਵਣਾ। ਸਾਡਾ ਜਾਣ ਨੂੰ ਜੀ ਨਹੀਂ ਕਰਦਾ ਭਾਈ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਕਿਸੇ ਦਾ ਜੀ ਨਹੀਂ ਕਰਦਾ, ਪਰ ਜਦੋਂ ਕਾਲ ਆਉਂਦਾ ਜਾਣਾ ਪੈਂਦਾ, ਛੱਡਣਾ ਪੈਣਾ ਆਪਾਂ ਨੂੰ। ਇਹ ਅੰਮ੍ਰਿਤ ਲੋਕ ਹੈ। ਕਿਸੇ ਦਾ ਸਰੀਰ ਕਹਿ ਜਾ ਵਾ, ਤਰ੍ਹਾਂ ਤਰ੍ਹਾਂ ਦੇ ਕੁਦਰਤ ਨੇ ਬਣਾਏ ਨੇ, ਕੜ ਕੜ ਕੇ ਬਣਾਉਂਦਾ ਉਹ। ਇਹ ਤਾਂ ਉਹੀ ਜਾਣਦਾ ਵਾ। ਜਿਨ ਤੂੰ ਸਾਸ ਵਾਰ ਸੰਗਾਰਿਆ ਗਰਭ ਅਗਨ ਮੇ ਜਿਹਨੇ ਵਾਰਿਆ। ਉਹ ਸਾਰਿਆਂ ਨੂੰ ਵਧੀਆ ਲੱਗਦਾ ਵਾ। ਸਾਰਿਆਂ ਨੂੰ ਆਪਦੀ ਅਕਲ ਵੀ ਚੰਗੀ ਲੱਗਦੀ ਹੈ, ਪਰ ਆਪਣੀ ਅਕਲ ਦਾ ਤਿਆਗ ਕਰਨਾ ਇੱਥੇ ਆ ਕੇ, ਕਿਉਂਕਿ ਇਹ ਅੱਗੇ ਨਹੀਂ ਜਾ ਸਕਦੀ। ਸਤਿਗੁਰਾਂ ਦੇ ਵਚਨ ਨੇ ਆਸਾ ਦੀ ਵਾਰ ਵਿੱਚ, ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ। ਇਹ ਝੂਠ ਦੀਆਂ ਮੱਤਾਂ ਨੇ ਸਾਡੀਆਂ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਦੇਖਦੇ ਹੀ ਆ ਪਿੱਛੇ ਤੋਂ ਆਪਾਂ, ਕਿੰਨੇ ਰਾਜੇ, ਕਿੱਡੇ ਵੱਡੇ ਵੱਡੇ ਉੱਚੇ ਰੁਤਬੇ ਵਾਲੇ ਗੁਰੂ ਪੀਰ ਪੈਗੰਬਰ ਕਿੱਥੇ ਗਏ ਫਿਰ ਭਾਈ? ਉਹ ਜਿਹੜੇ ਸਾਹਿਬ ਦੀ ਚਾਕਰੀ ਕਰਦੇ ਨੇ, ਉਹ ਆਪਦੇ ਘਰ ਚਲੇ ਜਾਂਦੇ ਨੇ। ਉਹੀ ਤਾਂ ਗੁਰਸਿੱਖ ਨੇ, ਜਿਨੀ ਨਾਮ ਤੇ ਆਇਆ ਗਏ ਮੁਸੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਨਾਲ ਤਾਂ ਕਿੰਨੇ ਹੋਰ ਨਿਕਲ ਜਾਂਦੇ ਨੇ ਭਾਈ। ਇਹ ਭਗਤ ਜਨਾਂ ਦੀ, ਸੰਤ ਜਨਾਂ ਦੀ ਬਾਣੀ ਆ। ਆਪਾਂ ਇਹਦੇ ਪਿੱਛੇ ਚੱਲਣਾ। 4 ਪਦਾਰਥਾਂ ਦੀ ਪ੍ਰਾਪਤੀ ਕਰਨੀ ਹੈ। ਉਹ ਆਪਾਂ ਨੂੰ ਪਦਾਰਥ ਦੀ ਪ੍ਰਾਪਤੀ ਤਾਂ ਹੋਊ ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। 4 ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਸਾਧ ਜਨਾਂ ਦਾ ਤਾਂ ਭਾਈ ਇਹੀ ਹੁਕਮ ਹੈ, ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਨ। ਫਿਰ ਭਰਮ ਜਾਊਗਾ ਗੁਰ ਪ੍ਰਸਾਦ ਭਰਮ ਕਾ ਨਾਸ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਣ ਮੰਦਾ ਚੰਗਾ ਕੀ? ਸਾਡੀ ਸੋਚ ਤਾਂ ਹੋਰ ਹੈ। ਅਸੀਂ ਤਾਂ ਪੁੰਨ ਕਰਕੇ ਉਹਨੂੰ ਬਰਾਬਰ ਕਰ ਲੈਂਦੇ ਹਾਂ। ਜੇ ਪਾਪ ਕੀਤੇ ਆ, ਜਿਵੇਂ ਜਿਵੇਂ ਮਾਨਵ ਸੋਚਾਂ ਨੇ ਉਹ ਦੱਸਦੀਆਂ ਨੇ, ਪੁੰਨ ਕਰੇ ਤੇ ਐਂ ਹੋ ਜਾਂਦਾ, ਪਾਪ ਕਰੇ ਤੇ ਐਂ ਹੁੰਦਾ। ਗੁਰਮਤ ਵਿੱਚ ਪਾਪ ਪੁੰਨ ਤਾਂ ਪਈ ਕਹਾਵਤ। ਉਹ ਕਹਿੰਦੀ ਤਾਂ ਕਹਾਵਤ ਹੈ ਭਾਈ। ਸਾਰਾ ਕੁਛ ਤਾਂ ਹੁਕਮ 'ਚ ਹੋ ਰਿਹਾ। ਉਹ ਹੁਕਮ ਨੂੰ ਸਮਝਣ ਅਸੀਂ ਆਏ ਹਾਂ। ਹੁਕਮ ਬੂਝ ਪਰਮ ਪਦ ਪਾਇਆ। ਇਹ ਪਰਮ ਪਦ ਦੀ ਪ੍ਰਾਪਤੀ ਕਰਨੀ ਹੈ, ਮਾਇਆ ਪਾਰ ਕਰਨੀ ਹੈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੇ ਗਿਆਨ ਨੇ ਸਾਨੂੰ ਜਿਹੜਾ ਆਤਮਾ ਦਾ ਪ੍ਰੀਤਮ ਹੈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਨ ਤਨ ਮਨ ਥੀਵੇ ਹਰਿਆ। ਉੱਥੇ ਪਹੁੰਚਣਾ ਆਪਾਂ। ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਆਪਾਂ ਉੱਥੇ ਨਹੀਂ ਪਹੁੰਚ ਸਕਦੇ। ਆਪਣੀ ਮਤ ਦਾ ਵਿਸ਼ਾ ਨਹੀਂ ਹੈਗਾ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਮਨ ਕੀ ਤਿਆਗੇ ਮਤੜ ਸੰਗ ਗੋਪਾਲੇ ਜਾਣੜੀ। ਆਪਣੀ ਮਤ ਦਾ ਤਿਆਗ ਹੋਣੇ ਤਾਂ ਗੁਰ ਕੀ ਮਤ ਲੈ ਕੇ ਫਿਰ ਆਪਾਂ ਅੱਗੇ ਜਾਣਾ। ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਜਿਹੜੇ ਗੁਰ ਕੀ ਮਤ ਲੈ ਲੈਂਦੇ ਨੇ ਉਹ ਪਾਰ ਨਿਕਲ ਜਾਂਦੇ ਨੇ। ਜਿਹੜੇ ਆਪ ਗੁਰੂ ਬਣ ਜਾਂਦੇ ਨੇ ਉਹ ਇੱਥੇ ਹੀ ਰਹਿ ਜਾਂਦੇ ਨੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜੋ ਹੁਕਮ ਦਾ ਵਿਰੋਧ ਕਰਦੇ ਹਾਂ ਅਸੀਂ, ਸਾਡੀ ਬੁੱਧੀ ਅਕਲ ਘਟ ਜਾਂਦੀ ਹੈ। ਸਾਡੇ ਅੰਦਰ ਭੈ ਬਣਿਆ ਰਹਿੰਦਾ। ਜੇ ਅਸੀਂ ਹੁਕਮ ਅਨੁਸਾਰੀ ਹੋ ਜਾਂਦੇ ਹਾਂ, ਸਾਡਾ ਭੈ ਖਤਮ ਹੋ ਜਾਂਦਾ। ਸਾਨੂੰ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਪਿੱਛੇ ਵਿਚਾਰਿਆ ਆਪਾਂ, ਮਿੱਠ ਤੇ ਨੀਮੀ ਨਾਨਕਾ ਗੁਣ ਚੰਗਿਆਈਆਂ ਤੱਤ। ਉਹ ਤੱਤ ਗਿਆਨ ਹੈ ਭਾਈ। ਜਿਹੜੇ ਜੋ ਗੁਣ ਪੈਦਾ ਹੋਣੇ ਆ, ਭੈ ਤੋਂ ਮੁਕਤੀ, ਨਿਰਵੈਰ ਸੰਸਾਰ ਨਾਲ ਵੈਰ ਵਿਰੋਧ ਖਤਮ, ਕਾਲ ਤੋਂ ਮੁਕਤ, ਅਜੂਨੀ। ਇਸ ਸਰੀਰ 'ਚ ਰਹਿੰਦਿਆਂ ਹੋਏ ਅਜੂਨੀ ਹੋ ਜਾਣਾ। ਅਜੂਨੀ ਹੁੰਦਾ ਹੈ ਸਰੀਰ ਤੋਂ ਪਰੇ। ਹੁਣ ਅਸੀਂ ਜੂਨੀ ਦੇ ਵਿੱਚ ਹਾਂ, ਜੰਮਣਾ ਮਰਨਾ ਖਤਮ। ਇਹ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ ਜੇ ਅਸੀਂ ਹੁਕਮ ਅਨੁਸਾਰ ਚੱਲਦੇ ਹਾਂ। ਜੇ ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ, ਉਹੀ ਪਾਪ ਹੈ ਭਾਈ। ਉਹੀ ਸਾਡੀ ਝੋਲੀ 'ਚ ਪੈਣਾ ਵਾ। ਅਕਲੀ ਪੜ੍ਹ ਕੇ ਬੁੱਝੀਏ। ਅਕਲ ਕਿਤੋਂ ਮਿਲਣੀ ਹੈ? ਗੁਰੂ ਤੋਂ। ਅਕਲਗਤ ਗੁਰ ਤੇ ਜਾਣੀ, ਭੁੱਲਿਆਂ ਗੁਰ ਦੇ ਸਮਝਾਏ। ਗੁਰਬਿਨ ਸਮਝ ਨਾ ਆਏ। ਸਮਝ ਤਾਂ ਸਾਨੂੰ ਆਉਂਦੀ ਨਹੀਂ। ਝੂਠ ਅਸੀਂ ਬਹੁਤ ਬੋਲੀ ਜਾਂਦੇ। ਸਾਡਾ ਸੁਭਾਅ ਆ ਮਨ ਦਾ, ਝੂਠ ਬੋਲਣ ਦਾ ਸੁਭਾਅ ਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਜੇ ਤਾਂ ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ, ਫਿਰ ਸਾਡੀ ਅਕਲ ਦਾ ਨਾਸ ਹੋ ਜਾਂਦਾ। ਅਕਲ ਘਟ ਜਾਂਦੀ ਹੈ। ਜਦੋਂ ਕਾਲ ਆਉਂਦਾ ਅਸੀਂ ਭੈਭੀਤ ਹੋ ਜਾਂਦੇ। ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਮਨੁੱਖਾਂ ਦੇ ਹੀ 'ਚ ਕੌਣ ਆ, ਕਿੱਥੋਂ ਆਏ ਹਾਂ। ਭੈਭੀਤ ਹੋ ਜਾਂਦੇ ਹਾਂ। ਫਿਰ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ। ਜਿਵੇਂ ਜਿਵੇਂ ਗਿਆਨ ਘਟਦਾ ਜਾਂਦਾ ਹੈ, ਇਹ ਥੱਲੇ ਚੌਥੀ ਜਿਹੜੀ ਖਾਣੀ ਆ ਉਤਪਤ, ਉੱਥੋਂ ਜਾ ਕੇ ਮੁੜਦਾ ਫਿਰ ਇਹ 4 ਖਾਣੀਆਂ ਨੇ, ਅੰਡਜ, ਜੇਰਜ, ਸੇਤਜ, ਉਤਪਜ। ਮਨੁੱਖਾਂ ਦੇਹੀ ਤੋਂ ਜਦੋਂ ਅਸੀਂ ਡਿੱਗਦੇ ਹਾਂ ਥੱਲੇ, ਕਿੱਥੇ ਜਾਂਦੇ ਹਾਂ ਫਿਰ?
ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇਵਟ ਨਾ ਕੋਈ, ਜੀਵਦਿਆਂ ਪੈਰਾਂ ਥੱਲੇ ਮੋਹਿਆਂ ਉੱਪਰ ਹੋਵੇ। ਫਿਰ ਸਾਨੂੰ ਘੁੰਮ ਕੇ ਆਉਣਾ ਪੈਂਦਾ ਚਾਰੇ ਖਾਣੀਆਂ 'ਚ। ਉਤਪਜ ਬਨਸਪਤੀ, ਸੇਤਜ ਪਸੀਨੇ ਤੋਂ ਹੋਣ ਵਾਲੇ ਜਾਨਵਰ, ਜੇਰ ਤੋਂ ਪੈਦਾ ਹੋਣ ਵਾਲੇ, ਆਂਡਿਆਂ ਤੋਂ ਪੈਦਾ ਹੋਣ ਵਾਲੇ, ਸਾਰੀ ਜੂਨੀਆਂ 'ਚ ਫਿਰ ਘੁੰਮਦਾ ਵਾ। ਫਿਰ ਇਹਨੂੰ 84 ਲੱਖ ਜੂਨੀ ਦੀ ਸਜ਼ਾ ਮਿਲਦੀ ਹੈ, ਜੇਲ੍ਹ ਹੈ ਭਾਈ ਇਹ। ਹੁਣ ਜੇਲ੍ਹ ਤੋਂ ਆਪਾਂ ਛੁਟਕਾਰਾ ਪਾਉਣਾ। ਜਿਨ ਹਰ ਨਿਰਭਉ ਧਿਆਇਆ, ਤਿਨ ਟੂਟੀ ਜਮ ਕੀ ਫਾਸੀ। ਕਿਹਨਾਂ ਦੀ ਜਮ ਫਾਸ ਟੁੱਟਦੀ ਹੈ? ਜਿਹੜੇ ਹਰ ਨਾਲ ਜੁੜਦੇ ਆ। ਬਾਣੀ ਹਰ ਕਥਾ ਹੈ। ਜਿਹੜੇ ਇਹਨੂੰ ਸੁਣਦੇ ਵਿਚਾਰਦੇ ਨੇ ਉਹ ਅਮਰ ਹੋ ਜਾਂਦੀ ਉਹਨਾਂ ਦੀ ਆਤਮਾ, ਉਹਨਾਂ ਨੂੰ ਸੰਸਾਰ ਤੋਂ ਛੁਟਕਾਰਾ ਮਿਲ ਜਾਂਦਾ, ਮੁਕਤੀ ਮਿਲ ਜਾਂਦੀ ਹੈ। ਫਿਰ ਇਹ ਦੇਵਲੋਕ ਪਹੁੰਚ ਜਾਂਦੇ ਨੇ ਧਿਆਨ ਕਰਕੇ। ਉੱਥੇ ਫਿਰ ਆਪਣੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਉਹੀ ਤਾਂ ਹੈ ਨਾਮ, ਹੁਕਮ, ਜਿਹਦੇ ਨਾਲ ਸ੍ਰਿਸ਼ਟੀ ਦੀ ਉਤਪੱਤੀ ਹੁੰਦੀ ਹੈ। ਉਹਦਾ ਦਰਸ਼ਨ ਕਰਨਾ। ਉਦੋਂ ਬਾਅਦ ਆਪਣਾ ਜਨਮ ਹੈ। ਵਿਚਾਰ ਪਦਾਰਥਾਂ ਦੀ ਪ੍ਰਾਪਤੀ ਕਰਕੇ ਜੀਵਾਤਮਾ ਆਪਣੇ ਘਰ ਪਹੁੰਚ ਜਾਂਦੀ ਹੈ। ਪਰ ਜਿਹੜੇ ਹੁਕਮ ਦਾ ਵਿਰੋਧ ਕਰਦੇ ਨੇ, ਹੁਕਮ ਕੀ ਹੈ? ਮਨ ਭਾਮਦੇ ਰਾ ਭੀੜੇ ਅੱਗੇ ਜਾਵਣਾ। ਜਿਹੜੇ ਮਨ ਦੇ ਪਿੱਛੇ ਚੱਲਦੇ ਨੇ, ਆਪਣੇ ਪਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਏ, ਫਿਰ ਉਹ ਜੰਮਦਾ ਮਰਦਾ ਰਹਿੰਦਾ। ਗੁਰ ਕੇ ਪਾਣੇ ਜੋ ਚੱਲੇ ਭਾਈ ਬੋਹਿਤ ਬੈਠਾ ਬਾਏ। ਉਹ ਫਿਰ ਨਾਮ ਰੂਪੀ ਜਹਾਜ਼ 'ਚ ਆਪਦੇ ਘਰ ਪਹੁੰਚ ਜਾਂਦੇ ਨੇ ਆਤਮਾ ਕਰਕੇ। ਸਰੀਰ ਤਾਂ ਸਾਰਿਆਂ ਨੇ ਇੱਥੇ ਛੱਡਣੇ ਨੇ। ਨੰਗਾ ਦੋਜਕ ਚਾਲਿਆ ਤਾਂ ਦਿਸ ਖਰਾ ਡਰਾਵਣਾ। ਦੋਜਕ ਤੋਂ ਭਾਵ ਇਸਲਾਮ ਦੇ ਵਿੱਚ ਦੋਜਕ ਨਰਕਾਂ ਨੂੰ ਕਹਿੰਦੇ ਨੇ। ਅਸੀਂ ਨਰਕਾਂ ਨੂੰ ਚਲੇ ਜਾਂਦੇ, ਜੰਮਣ ਮਰਨ ਨੂੰ ਚਲੇ ਜਾਂਦੇ। ਫਿਰ ਕੀ ਹਾਲ ਹੁੰਦਾ ਹੈ? ਫਰੀਦਾ ਅੱਗੇ ਦੋਜਕ ਸੁਣੀਦਾ, ਹੂਲ ਪਵੇ ਇੱਕੋ ਹਾਹਾ। ਕੂਕਾਂ ਮਾਰਦੇ ਅਜੀਬ ਕਹਿੰਦੇ। ਦੇਖਦੇ ਹਾਂ ਫਿਰ ਜੂਨੀਆਂ 'ਚ ਕੀ ਹਾਲ ਹੁੰਦਾ ਹੈ। ਇੱਥੇ ਵੀ ਦੇਖਦੇ ਹਾਂ ਹਸਪਤਾਲਾਂ ਦੇ ਵਿੱਚ ਕਿਹੜੇ ਕਿਹੜੇ ਦੁੱਖ ਸਾਨੂੰ ਝੱਲਣੇ ਪੈਂਦੇ ਨੇ। ਇਹਦੇ ਕਰਕੇ ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ। ਅਸੀਂ ਆਪਦੇ ਮੂਲ ਹਰ ਨੂੰ ਭੁੱਲ ਗਏ, ਪਰਮੇਸ਼ਰ ਨੂੰ ਭੁੱਲ ਗਏ, ਜੋ ਸ੍ਰਿਸ਼ਟੀ ਦਾ ਪ੍ਰਤਿਪਾਲਕ ਹੈ। ਆਪ ਹੀ ਵੱਡੇ ਬਣੇ ਹੋਏ ਆ। ਇਸ ਕਰਕੇ ਸਾਨੂੰ ਸਾਰਾ ਦੁੱਖਾਂ ਦਾ ਝਮੇਲਾ ਚੱਕਣਾ ਪੈਂਦਾ ਹੈ। ਹੁਕਮ ਕੀਏ ਮਨ ਭਾਵਦੇ ਰਾ ਭੀੜੇ ਅੱਗੇ ਚਾਲਣਾ। ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖਰਾ ਡਰਾਗਣਾ। ਆਤਮਾ ਹੀ ਨੰਗੀ ਵਾਸ ਚਲੀ ਜਾਂਦੀ ਹੈ। ਸੱਚ ਰੂਪੀ ਇਹਨੂੰ ਕੱਪੜਾ ਮਿਲਦਾ ਹੀ ਨਹੀਂ ਹੈਗਾ। ਜਿਹੜੇ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਕੇ ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ, ਉਹ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ। ਉਹਨਾਂ ਨੂੰ ਸੱਚ ਦਾ ਕੱਪੜਾ ਮਿਲ ਜਾਂਦਾ। ਜਿਹੜੀ ਦ੍ਰੋਪਦੀ ਦੀ ਕਹਾਣੀ ਆ, ਉਹ ਕ੍ਰਿਸ਼ਨ ਸਾੜੀ ਦਿੰਦਾ। ਇਹੀ ਹੈ ਭਾਈ ਆਤਮਾ। ਉਹ ਕਹਾਣੀਆਂ ਨੇ, ਸੱਚ ਸਮਾ ਜਾਂਦੀ ਹੈ। ਸਭ ਕੁਝ ਸੱਚ ਸਮਾਵੈ। ਸਾਮਵੇਦ ਕਹਿੰਦਾ ਵੀ ਸਭ ਕੁਝ ਸੱਚ ਸਮਾਵੇ। ਸੱਚ ਦਾ ਕੱਪੜਾ ਸਾਨੂੰ ਮਿਲਦਾ। ਫਿਰ ਅਸੀਂ ਆਪਦੇ ਘਰ ਨੂੰ ਚਲੇ ਜਾਂਦੇ, ਨਹੀਂ ਜੰਮਣ ਮਰਨ ਨੂੰ ਚਲੇ ਜਾਂਦੇ ਹਾਂ। ਉਹੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਜਦੋਂ ਸਾਨੂੰ ਗਿਆਨ ਹੁੰਦਾ ਹੈ, ਸਾਡੇ ਅੰਦਰ ਭੈ ਪੈਦਾ ਹੋ ਜਾਂਦਾ ਹੈ ਕਿਹਦਾ? ਹੁਕਮ ਦਾ। ਫਿਰ ਭਗਤੀ ਸ਼ੁਰੂ ਹੁੰਦੀ ਹੈ ਸਾਡੀ। ਭੈ ਬਿਨ ਭਗਤ ਨ ਹੋਵੀ, ਨਾ ਸੁਖ ਵਸੇ ਮਨ ਆਏ, ਨਾਨਕ ਨਾਮ ਵੀ ਹੋਣੇ ਜਾਸੀ ਜਨਮ ਗਵਾਏ। ਮਨੁੱਖਾ ਦਹੀ ਮਿਲੀ ਸੀ ਨਾਮ ਦੀ ਪ੍ਰਾਪਤੀ ਖਾਤਰ। ਸਾਡਾ ਜੀਵਨ ਐਵੇਂ ਚੱਲਿਆ ਜਾਂਦਾ ਵਾ। ਕਰ ਔਗਣ ਪਛਤਾਵਣਾ। ਇਹ ਔਗਣ ਅਸੀਂ ਇਕੱਠੇ ਕਰ ਲੈਂਦੇ ਹਾਂ। ਗੁਣਾਂ ਦੀ ਕਮਾਈ ਕਰਨੀ ਸੀਗੀ, ਗੁਣਾ ਗਵਾਈ ਗਠੜੀ, ਔਗਣ ਚੱਲੀ ਬੰਨ। ਅਕਲ ਲੈਣ ਅਸੀਂ ਆਉਂਦੇ ਹਾਂ, ਅਕਲ ਗਵਾ ਕੇ ਚਲੇ ਜਾਂਦੇ ਹਾਂ। ਇੱਥੋਂ ਹੋਰ ਕੋਈ ਲਿਜਾਣ ਨੂੰ ਨਹੀਂ ਹੈਗਾ। ਜਿਹੜਾ ਵੀ ਸੰਸਾਰ 'ਚ ਉਹਨੇ ਦਿੱਤਾ ਵਾ ਮਾਇਆ ਕਰਕੇ, ਸਾਰਾ ਕੁਛ ਉਹਦੇ ਵੱਸ 'ਚ ਵਾ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਕੁਦਰਤ ਨੇ ਮਾਇਆ ਸਾਰੀ ਆਪਣੇ ਵੱਸ 'ਚ ਰੱਖੀ ਹੈ। ਉਹਦੇ ਹੁਕਮ ਤੋਂ ਬਿਨਾਂ ਕੋਈ ਕੁਛ ਨਹੀਂ ਲੈ ਸਕਦਾ। ਭਰਮ ਸਾਨੂੰ ਜ਼ਰੂਰ ਪੈ ਜਾਂਦਾ ਵਾ। ਆਨੰਦ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਘਰ ਤਾਂ ਤੇਰੇ ਸਭ ਕਿਸ ਹੈ, ਜਿਸ ਦੇਹ ਸੋ ਪਾਵੇ। ਉਹਦੇ ਹੁਕਮ ਤੋਂ ਬਿਨਾਂ ਕਿਵੇਂ ਲਵਾਂਗੇ? ਜਿਸ ਧਨ ਕੋ ਚਾਰ ਕੁੰਠ ਧਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਸਾਰੀ ਇਹ ਪ੍ਰਾਪਤੀ ਉਹਦੀ ਕਿਰਪਾ 'ਤੇ ਖੜੀ ਹੈ। ਇਹ ਕਿਰਪਾ ਲੈਣੀ ਆਪਾਂ। ਜੇ ਹੁਣ ਗੁਣਾਂ ਦੀ ਕਮਾਈ ਕਰ ਲਈ, ਫਿਰ ਆਪਦੇ ਘਰ ਚੱਲਾਂਗੇ। ਇਹੀ ਭਾਈ ਚੰਗਾ ਮੰਦਾ ਹੁਕਮ ਦਾ ਵਿਰੋਧ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਆਪਣ ਹੱਥੀਂ ਆਪਣਾ ਆਪੇ ਹੀ ਕਾਸ ਵਾਰੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਸਤਿਗੁਰ ਕੀ ਸਮਝਾਉਂਦੇ ਨੇ? ਕੱਪੜ ਰੂਪ ਸੁਹਾਵਣਾ, ਸਾਡੀ ਦੁਨੀਆ ਅੰਦਰ ਜਾਵਣਾ। ਛੱਡਣਾ ਹੀ ਪੈਣਾ ਸਾਨੂੰ ਭਾਈ। ਇਹ ਸਾਡਾ ਜਾਣ ਨੂੰ ਜੀ ਨਹੀਂ ਕਰਦਾ। ਜਨ ਸਮਾਂ ਆ ਜਾਣਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰ ਕੇ, ਗੁਰਸ਼ਬਦ ਦੀ ਕਮਾਈ ਕਰਕੇ, ਸਰੀਰ 'ਚ ਰਹਿੰਦਿਆਂ ਆਪਦੇ ਘਰ ਪਹੁੰਚੀਏ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਆਪਾਂ ਵੀ ਇਹ ਪ੍ਰਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।